ਅਮਰਦਾਸ ਗੁਰੇ ਹਿਰਦੇ ਧਿਆਨ, ਗੁਰੇ ਹਿਰਦੇ ਧਿਆਨ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰਿ ਗੋਬਿੰਦ ਸਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਾਰੋਂ ਤਾਰਾ ਤਾਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਾਂ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਦਦ, ਬੰਦੋਂ ਕਰ ਅਦਰਾ। ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਆਨ ਬਜ਼ਾਰ ਟਕੇ ਕਬਲੀਨਾ, ਹੇਤ ਖਰਾਇਤ ਰੰਗਨ ਦੀਨਾ। ਆਨ ਬਜ਼ਾਰ ਟਕੇ ਕਬਲੀਨਾ, ਹੇਤ ਖਰਾਇਤ ਰੰਗਨ ਦੀਨਾ। ਨਹੀਂ ਤੁਰਕ ਘਰ ਕੋ ਕੁਛ ਖਾਓ, ਲੂਣ ਹਰਾਮੀ ਖਾਏ ਗਾਓ। ਚੌਪਈ। ਆਨ ਬਜ਼ਾਰ ਟਕੇ ਦਬਲੀਨਾ, ਹੇਤ ਖਰਾਇਤ ਰੰਗਨ ਦੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਖਤ ਜਬਰ ਸ਼ਤਰ ਦੇ ਮਾਲਕ, ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ, ਸਰਬ ਜੀ ਮਨ ਦੇ ਕਲਿਆਣਕਾਰੀ ਗਿਆਨ ਦੇ ਸਾਗਰ, ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਾਜ਼ਰੀ ਅੰਦਰ ਸਜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਵਡਭਾਗੀ ਹੋ। ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਬਹਾਦਰ ਬਾਬਾ ਵਿਧੀ ਚੰਦ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਭੜ ਸਾਹਿਬ ਵਿਖੇ ਪਿਛਲੇ ਪਹਿਰ ਦਾ ਦੀਵਾਨ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ
ਲੜੀਵਾਰ ਕਥਾ ਤੋਂ ਪ੍ਰਾਰੰਭ ਹੁੰਦਾ ਹੈ, ਜੋ ਆਪ ਹਰ ਰੋਜ਼ ਦੇਵਤਿਆਂ ਦੀ ਤਰ੍ਹਾਂ ਸਜ ਕੇ ਸਤਿਗੁਰਾਂ ਦੇ ਇਤਿਹਾਸ ਦੀ ਪਾਵਨ ਪਵਿੱਤਰ ਕਥਾ ਸਰਵਣ ਕਰਦੇ ਹੋ। ਲੜੀਵਾਰ ਕਥਾ ਦਾ ਪ੍ਰਸੰਗ ਇੱਥੇ ਚੱਲ ਰਿਹਾ ਹੈ ਕਿ ਸੰਗਤਾਂ ਨੇ ਗੁਰੂ ਸਾਹਿਬ ਜੀ ਦੀ ਭੇਟਾ ਵਾਸਤੇ ਸੁੰਦਰ ਘੋੜੇ ਲਿਆਉਣਾ ਕੀਤੇ, ਜੋ ਹਕੂਮਤ ਨੇ ਰਾਹ ਦੇ ਵਿੱਚ ਲਾਹੌਰ ਦੇ ਵਿੱਚ ਖੋਹ ਲੈਣਾ ਕੀਤੇ। ਬਹਾਦਰ ਬਾਬਾ ਬਿਧੀ ਚੰਦ ਜੀ ਨੂੰ ਹੁਕਮ ਹੋਇਆ, ਬਾਬਾ ਜੀ ਘੋੜੇ ਲੈਣ ਵਾਸਤੇ ਗਏ। ਭਾਈ ਜੀਵਨ ਦੇ ਘਰ ਦੇ ਵਿੱਚ ਜਾ ਕੇ ਬਾਬਾ ਜੀ ਨੇ ਸਾਰੀ ਹੀ ਇਹ ਤਿਆਰੀ ਕਰਨਾ ਕੀਤੀ। ਬਾਬਾ ਜੀ ਹਰਿਆ ਘਾਹ ਖੋਦ ਕੇ ਲਿਆਉਂਦੇ, ਜੇ ਕੋਈ ਘਾਹ ਦਾ ਮੁੱਲ ਪੁੱਛਦਾ ਹੈ ਤੇ ਬਾਬਾ ਜੀ ਮਹਿੰਗਾ ਦੱਸਦੇ, ਜਿਹੜਾ ਕਿ ਸੋਹਣਾ ਘਾਹ ਹੋਣ ਦੇ ਕਾਰਨ ਦਰੋਗਾ ਖਰੀਦਦਾ ਹੈ। ਦਰੋਗੇ ਨੇ 2 ਦਿਨ ਬਾਬਾ ਜੀ ਨੂੰ ਆਪਣੇ ਅੰਦਰ ਘੋੜਿਆਂ ਦੇ ਪਾਸ ਖੜਿਆ ਤੇ ਘੋੜਿਆਂ ਨੂੰ ਘਾਹ ਪਾਇਆ। ਬਾਬਾ ਜੀ ਨੇ ਘੋੜਿਆਂ ਨੂੰ ਥਾਪੜਾ ਦੇਣਾ ਕੀਤਾ। ਘੋੜਿਆਂ ਨੇ ਵੀ ਸੋ ਆਪਣੇ ਵੱਲੋਂ ਫੁਕਾਰਾ ਮਾਰ ਕੇ ਬਾਬਾ ਜੀ ਦੇ ਨਾਲ ਚੰਗੀ ਹਾਂ ਦੇ ਨਾਲ ਹਾਂ ਮਿਲਾਉਣਾ ਕੀਤੀ। ਬਾਬਾ ਜੀ ਦੂਸਰੇ ਦਿਨ ਵੀ ਉਵੇਂ ਹੀ ਘੋੜਿਆਂ ਨੂੰ ਘਾਹ ਪਾ ਕੇ ਬਾਹਰ ਆ ਗਏ। ਜਿਹੜਾ ਚਾਂਦੀ ਦਾ ਟਕਾ ਦਿੱਤਾ ਹੋਇਆ ਸੀ, ਉਹ ਪਹਿਲਾਂ ਦੀ ਤਰ੍ਹਾਂ ਉਹਦੇ ਟਕੇ ਲੈ ਲੈਣਾ ਕੀਤੇ। ਪਹਿਲੇ ਦਿਨ ਵੀ ਉਹ ਟਕੇ ਗਰੀਬਾਂ ਦੇ ਬੱਚਿਆਂ ਨੂੰ ਵੰਡ ਦੇਣਾ ਕੀਤੇ। ਦੂਸਰੇ ਦਿਨ ਵੀ ਬਾਬਾ ਜੀ ਨੇ ਉਹ ਟਕੇ ਜਿਹੜੇ ਆਪਣੇ ਹੱਥ ਦੇ ਵਿੱਚ ਲੈਣਾ ਕੀਤੇ ਕਿ ਇਹ ਗਰੀਬਾਂ ਦੇ ਬੱਚਿਆਂ ਦੇ ਵਿੱਚ ਵੰਡ ਦੇਵਾਂਗਾ। ਇਤੋਂ ਤੀਕਰ ਪਿੱਛੇ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਸੀ। ਅੱਗੇ ਜਿਵੇਂ ਸਤਿਗੁਰੂ ਜੀ ਕਿਰਪਾ ਕਰਦੇ ਹੈ, ਰਹਿਮਤ ਕਰਦੇ ਹੈ, ਸਤਿਗੁਰੂ ਜੀ ਕਿਰਪਾ ਕਰਨ, ਮਿਹਰ ਕਰਨ, ਮਿਹਰ ਭਰਿਆ ਹੱਥ ਸੇਕ ਕੇ ਰੱਖ ਕੇ ਆਪਣੀ ਕਥਾ ਸਤਿਗੁਰੂ ਜੀ ਆਪ ਕਰਵਾ ਲੈਣ। ਆਪ ਸੰਗਤਾਂ ਮਨ ਬਿਰਤੀਆਂ ਏਕਾਗਰ ਕਰਦੇ ਹੋਏ ਬਖਸ਼ੋ ਆਸੀਸ। ਗੱਜ ਕੇ ਬੋਲਣਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਆਨ ਬਜ਼ਾਰ ਟਕੇ ਤਬ ਲੀਨ। ਕਵੀ ਜੀ ਕਹਿੰਦੇ ਦੂਸਰੇ ਦਿਨ ਬਾਬਾ ਜੀ ਨੇ ਕੋਈ ਚਾਂਦੀ ਦੇ ਰੁਪਏ ਦੇ ਕੁਝ ਟਕੇ ਲੈ ਲੈਣਾ ਕੀਤੇ। ਹੇਦ ਖਰਾਇਤ ਰੰਗਨ ਦੀਨ। ਗਰੀਬਾਂ ਦੇ ਵਿੱਚ ਵੰਡਣ ਦੇ ਵਾਸਤੇ ਉਹ ਭਾਰੇ ਟਕੇ ਜਿਹੜੇ ਹੱਥ ਦੇ ਵਿੱਚ ਲੈਣਾ ਕੀਤੇ। ਨਹੀਂ ਤੁਰਗ ਘਰ ਕੋ ਕੁਛ ਖਾਉ। ਤੇ ਮਨ ਬਾਬਾ ਜੀ ਨੇ ਇਹ ਬਣਾਇਆ ਕਿ ਮੈਂ ਤੁਰਕਾਂ ਦੇ ਘਰ ਦਾ ਕੁਝ ਵੀ ਖਾਣਾ ਨਹੀਂ ਕਰਾਂਗਾ। ਲੂਣ ਹਰਾਮੀ ਖਾਏ ਕਹਾਉ। ਕਿਉਂਕਿ ਜੇ ਮੈਂ ਤੁਰਕਾਂ ਦੇ ਘਰ ਦੇ ਵਿੱਚੋਂ ਕੁਝ ਖਾ ਲੈਣਾ ਕੀਤਾ ਤੇ ਮੈਨੂੰ ਲੂਣ ਹਰਾਮੀ ਕਹਿਣ। ਇਹ ਗੁਰਸਿੱਖਾਂ ਦਾ ਕੈਸਾ ਨਿਯਮ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ। ਇਹ ਉਹੀ ਜਿਹਦੇ ਉੱਪਰ ਗੁਰੂ ਜੀ ਦੀ ਕਿਰਪਾ ਹੋਵੇ, ਉਹੀ ਸਿੱਖ ਇਹ ਸਿਆਣਪ ਦੇ ਨਾਲ ਸੋਚ ਸਕਦਾ ਹੈ ਕਿ ਅੱਜ ਮੈਂ ਜੇ ਨਿਮਕ ਹਰਾਮੀ ਹੋਵਾਂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਕਹਿਣਗੇ ਗੁਰੂ ਦਾ ਸਿੱਖ ਉਸੇ ਘਰੋਂ ਸਭ ਕੁਝ ਖਾਂਦਾ ਰਿਹਾ ਤੇ ਉਸੇ ਘਰ ਦੇ ਵਿੱਚੋਂ ਘੋੜਾ ਲੈ, ਭਾਵੇਂ ਗੁਰੂ ਦੀ ਭੇਟਾ ਹੀ ਲਿਆਉਣੀ ਸੀ। ਪਰ ਅੱਜ ਦਾ ਸਿੱਖ ਇਹ ਨਹੀਂ ਵਿਚਾਰਦਾ। ਜਿਹਦੇ ਕੋਲੋਂ ਸਭ ਕੁਝ ਲੈਂਦਾ ਹੈ, ਖਾਂਦਾ ਹੈ, ਜਿਹਦੇ ਕੋਲੋਂ ਵਿਦਿਆ ਪੜ੍ਹਦਾ ਹੈ, ਉਹਦੇ ਨਾਲ ਹੀ ਨਿਮਕ ਹਰਾਮੀ ਕਰਦਾ ਹੈ। ਅੱਜ ਦਾ ਸਿੱਖ ਨਹੀਂ ਦੂਰ ਦ੍ਰਿਸ਼ਟੀ ਦੇ ਨਾਲ ਸੋਚਦਾ ਕਿ ਲੋਕ ਕੀ ਕਹਿਣਗੇ। ਭਾਈ ਇਹਨੇ ਹੀ ਵਿਦਿਆ ਪੜ੍ਹਾਈ, ਇਹਨੇ ਹੀ ਪ੍ਰਤਿਪਾਲਣਾ ਕੀਤੀ, ਇਹਨੇ ਹੀ ਚੰਗੇ ਸੁੱਖ ਦੇਣਾ ਕੀਤੇ ਤੇ ਉਹਦੇ ਨਾਲ ਹੀ ਨਿਮਕ ਹਰਾਮੀ, ਉਹਦੇ ਨਾਲ ਹੀ ਇਹੋ ਜਿਹਾ ਵਿਸ਼ਵਾਸਘਾਤ। ਇਹ ਪਹਿਲੇ ਗੁਰਸਿੱਖਾਂ ਦਾ ਜੀਵਨ ਹੈ। ਬਾਬਾ ਬਿਧੀ ਚੰਦ ਜੀ ਜਿਨ੍ਹਾਂ ਨੂੰ ਇਹ ਵਰ ਪ੍ਰਾਪਤ ਹੈ, ਬਿਧੀ ਚੰਦ ਸੀਨਾ ਗੁਰੂ ਕਾ ਸੀ, ਜਿਹੜੇ ਆਉਣ ਵਾਲੇ ਸਮੇਂ ਦੀ ਦੂਰ ਦ੍ਰਿਸ਼ਟੀ ਨੂੰ ਦੇਖਦੇ ਸੀ ਕਿ ਮੇਰੇ ਗੁਰੂ ਵੱਲ ਨੂੰ ਉਂਗਲ ਨਾ ਹੋਣਾ ਕਰੇ। ਕਵੀ ਜੀ ਕਹਿੰਦੇ ਬਾਬਾ ਜੀ ਨੇ ਇਹ ਆਪਣਾ ਨਿਯਮ ਬਣਾਇਆ ਕਿ ਮੈਂ ਤੁਰਕਾਂ ਦੇ ਘਰ ਦਾ ਕੁਝ ਵੀ ਖਾਣਾ ਨਹੀਂ ਖਾਵਾਂਗਾ। ਜੇ ਖਾਵਾਂਗਾ ਤੇ ਨਿਮਕ ਹਰਾਮੀ ਮੈਨੂੰ ਲੋਕ ਕਹਿਣਗੇ। ਮੈਂ ਗੁਰ ਹੇਤ ਲਿਜਾਣੋ ਘੋੜਾ। ਕਿਉਂਕਿ ਮੈਂ ਗੁਰੂ ਜੀ ਦੇ ਵਾਸਤੇ ਤੇ ਘੋੜੇ ਲੈਣ ਦੇ ਵਾਸਤੇ ਆਇਆ ਹਾਂ।
भोजन शाहो को थोड़ा। मैं बादशाह का थोड़ा जिन्ना पदार्थ भी नहीं खावांगा, क्योंकि बादशाह के घरों ही मैं घोड़े खड़ने, जे ओदे घरों ही कुछ खावांगा ते लोग मैनू कहणगे कि बादशाह के घरों सब कुछ खाता रहा पीता रहा ते ओदे घोड़े लै गया, भावें गुरु दे घोड़े। पर ऐसी दूर दृष्टि बाबा जी की। कवि जी कहते ये बाबा जी ने पक्का मन बनाया। तनक बाब भी जो गृत माही। कवि जी कहते सतगुरु जी का सिख ਇਹ ਮਨ ਦੇ ਵਿੱਚ ਸੋਚਦਾ ਕਿ ਇੱਕ ਛਿੰਨ ਜਿੰਨਾ ਪਾਪ ਵੀ ਮੈਂ ਆਪਣੇ ਸਿਰ ਤੇ ਨਹੀਂ ਲੈਣਾ ਕਰਾਂ। ਭਾਵ ਕਿ ਜੇ ਮੈਂ ਤੁਰਕਾਂ ਦੇ ਘਰ ਦਾ ਕੁਝ ਖਾਵਾਂਗਾ, ਘੋੜੇ ਲੈ ਕੇ ਜਾਵਾਂਗਾ, ਤੇ ਜਿਹੜੀ ਮੇਰੀ ਕਿਰਤ ਹੈ ਉਹ ਚੰਗੀ ਨਹੀਂ ਹੋਵੇਗੀ, ਉਹ ਭਲੀ ਨਹੀਂ ਹੋਵੇਗੀ, ਲੋਕ ਭਲਾ ਨਹੀਂ ਕਹਿਣਗੇ। ਇਸ ਕਰਕੇ ਮੈਂ ਛਿੰਨ ਮਾਤਰ ਪਾਪ ਵੀ ਆਪਣੇ ਸਿਰ ਨਹੀਂ ਲੈਣਾ ਕਰਾਂਗਾ। ਸਮਤ ਵਿਚਾਰਤ ਕਰਹਿ ਸੋ ਨਾਹੀ। ਸੋ ਮਤ ਦੇ ਨਾਲ ਵਿਚਾਰ ਕੇ ਮੈਂ ਉਹੀ ਕਰਾਂਗਾ ਜਿਹਦੇ ਨਾਲ ਮੇਰੇ ਗੁਰੂ ਦਾ ਨਾਮ ਉੱਚਾ ਹੋਣਾ ਕਰੇ। ਕਰ ਹੰਕਾਰ ਸ਼ਾਹੋ ਬੜ ਜ਼ੋਰਾ। ਜਿਹੜਾ ਬਾਦਸ਼ਾਹ ਨੇ ਬੜੇ ਹੰਕਾਰ ਦੇ ਜ਼ੋਰ ਦੇ ਨਾਲ ਸੀਨੇਓ ਪ੍ਰਥਮ ਗੁਰੂ ਕੋ ਘੋੜਾ। ਗੁਰੂ ਸਾਹਿਬ ਜੀ ਦੇ ਘੋੜੇ ਬੜੇ ਜ਼ੋਰ ਦੇ ਨਾਲ ਖੋੜਾ ਕੀਤੇ ਹਨ। ਮੈਂ ਬੁੱਧ ਬਲ ਕਰ ਪਲਟਾ ਲੈ ਹੂੰ। ਮੈਂ ਆਪਣੀ ਬੁੱਧੀ ਦੇ ਨਾਲ ਇਹ ਦੋਨੇ ਘੋੜੇ ਕਿਲੇ ਦੇ ਵਿੱਚੋਂ ਲੈ ਜਾਵਾਂਗਾ। ਬਹਾਦਰ ਰੰਗ ਜਾਈ ਕਰ ਲੈ ਹੂੰ। ਇਹ ਜਿਹੜੇ ਮਹਾਨ ਸੁੰਦਰ ਕੀਮਤੀ ਘੋੜੇ ਹੈ ਇਹ ਮੇਰੇ ਗੁਰੂ ਜੀ ਦੀ ਭੇਟ ਆ ਤੇ ਮੈਂ ਗੁਰੂ ਜੀ ਦੇ ਪਾਸ ਹੀ ਲਿਜਾਣਾ ਕਰਾਂਗਾ। ਰਾਖਣ ਕੋ ਸਮਰੱਥ ਗੁਰ ਪੂਰੇ। ਗੁਰੂ ਜੀ ਸਮਰੱਥ ਹੈ, ਉਹ ਮੇਰੇ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣਾ ਕਾਰਜ ਆਪ ਕਰਵਾ ਲੈਣਗੇ। ਅਦਹਿ ਸ਼ਤਰੂ ਛੜ ਕਰ ਅਸਜੁਰੇ। ਜਿਹੜੇ ਸ਼ਤਰੂ ਵੈਰੀ ਹੈ ਉਹਨਾਂ ਦਾ ਗੁਰੂ ਜੀ ਨਾਸ਼ ਕਰਨਗੇ ਇਹਨਾਂ ਘੋੜਿਆਂ ਤੇ ਸਵਾਰ ਹੋ ਕੇ। ਇਹਦੇ ਆਦਗ ਵਿਚਾਰ ਕਰ ਉਰ ਮੈਂ। ਕਵੀ ਜੀ ਕਹਿੰਦੇ ਇਹ ਤਾਂ ਆਦਤ ਬਾਬਾ ਜੀ ਹਿਰਦੇ ਦੇ ਵਿੱਚ ਵਿਚਾਰ ਕਰਦੇ ਹੈ ਕਿ ਮੈਂ ਜਦੋਂ ਘੋੜਾ ਲੈ ਕੇ ਜਾਵਾਂਗਾ ਗੁਰੂ ਜੀ ਸਵਾਰ ਹੋਣਗੇ ਤੇ ਕਿੱਡੇ ਸੋਹਣੇ, ਘੋੜਾ ਵੀ ਕਿੱਡਾ ਸੋਹਣਾ ਤੇ ਮੇਰੇ ਪਾਤਸ਼ਾਹ ਤੇ ਹੈ ਹੀ ਸੋਹਣੇ ਹੈ ਤੇ ਕਿੱਡੇ ਫੱਬ ਬਣੇਗੀ। ਤੇ ਦੂਸਰਾ ਗੁਰੂ ਸਾਹਿਬ ਜੀ ਘੋੜੇ ਤੇ ਸਵਾਰ ਹੋ ਕੇ ਤੇ ਯੁੱਧ ਲੜਨਗੇ। ਗੁਰੂ ਸਾਹਿਬ ਜੀ ਨੇ ਕਰਤਾਰਪੁਰ ਦਾ ਯੁੱਧ ਇਹਨਾਂ ਘੋੜਿਆਂ ਦੇ ਵਿੱਚੋਂ ਇੱਕ ਘੋੜੇ ਦੇ ਉੱਪਰ ਯੁੱਧ ਜਿਹੜਾ ਉਹ ਲੜਨਾ ਕੀਤਾ। ਜਿਹੜਾ ਬਾਬਾ ਜੀ ਨੇ ਮਨ ਦੇ ਵਿੱਚ ਪੁਰਨਾ ਬਣਾਇਆ ਕਿ ਗੁਰੂ ਸਾਹਿਬ ਜੀ ਘੋੜੇ ਤੇ ਚੜ ਕੇ ਤੁਰਕਾਂ ਦਾ ਨਾਸ਼ ਕਰਨਗੇ, ਉਹ ਗੁਰੂ ਸਾਹਿਬ ਜੀ ਨੇ ਬਾਬਾ ਜੀ ਦਾ ਪੁਰਨਾ ਕਰਤਾਰਪੁਰ ਦੇ ਯੁੱਧ ਦੇ ਵਿੱਚ ਪੂਰਾ ਕਰਨਾ ਕੀਤਾ। ਜਿਹੜਾ ਕਿ ਸੁਹੇਲਾ ਘੋੜਾ ਜਦੋਂ ਆਪਾਂ ਗੁਰੂ ਕੇ ਲਾਹੌਰ ਨੂੰ ਜਾਂਦੇ ਹਾਂ ਤੇ ਰਾਹ ਦੇ ਵਿੱਚ ਉਹ ਘੋੜਾ ਜਿਹੜਾ ਹੈ ਉਹ ਸ਼ਹੀਦ ਹੋ ਗਿਆ। ਜਿਸ ਵੇਲੇ ਕਰਤਾਰਪੁਰ ਦਾ ਯੁੱਧ ਕਰਕੇ ਸਤਿਗੁਰੂ ਜੀ ਅਨੰਦਪੁਰ ਸਾਹਿਬ ਨੂੰ ਕੀਰਤਨਪੁਰ ਨੂੰ ਗਏ, ਉਹ ਘੋੜੇ ਦੇ ਜਿਹੜੇ ਸਰੀਰ ਦੇ ਵਿੱਚ 1.25 ਮਣ ਪੱਕਾ ਸਿੱਕਾ ਜਦੋਂ ਸੰਸਕਾਰ ਕੀਤਾ ਤੇ ਉਹਦੇ ਵਿੱਚੋਂ ਨਿਕਲਣਾ ਕੀਤਾ। ਉੱਥੇ ਜਾ ਕੇ ਘੋੜੇ ਨੇ ਗੁਰੂ ਸਾਹਿਬ ਜੀ ਦੇ ਨਾਲੋਂ ਵਿਛੋੜਾ ਪੈ ਗਿਆ ਤੇ ਉੱਥੇ ਸਤਿਗੁਰੂ ਜੀ ਨੇ ਆਪਣੇ ਹੱਥੀਂ ਉਸ ਘੋੜੇ ਦਾ ਸੰਸਕਾਰ ਕੀਤਾ। ਕਵੀ ਜੀ ਕਹਿੰਦੇ ਆਉਣ ਵਾਲੇ ਸਮੇਂ ਨੂੰ ਜਾਚ ਕੇ ਬਾਬਾ ਜੀ ਇਹ ਦੀਰਘ ਵਿਚਾਰ ਮਨ ਦੇ ਵਿੱਚ ਵਿਚਾਰਦੇ ਨੇ। ਘਰ ਜੀਵਨ ਕੀ ਜਾਏ ਤੇ ਮਰ ਮੈਂ। ਬਾਬਾ ਜੀਵਨ ਜੀ ਦੇ ਘਰ ਦੇ ਵਿੱਚ ਚਲੇ ਗਏ। ਖਾਨ ਪਾਨ ਕਰ ਨਿਸਾ ਵੇਦਾਵੇ। ਰਾਤ ਦਾ ਪ੍ਰਸ਼ਾਦਾ ਪਾਣੀ ਛਕ ਕੇ ਤੇ ਸੌਣਾ ਕੀਤਾ। ਅਰਣੋਦੈ ਕੋ ਵਹਿ ਰਸਿਦਾਵੇ। ਕਵੀ ਜੀ ਕਹਿੰਦੇ ਸੂਰਜ ਨਿਕਲਦਿਆਂ ਤੋਂ ਪਹਿਲਾਂ, ਦਿਨ ਚੜ੍ਹਦਿਆਂ ਤੋਂ ਪਹਿਲਾਂ 3 ਵਜੇ ਦੇ ਕਰੀਬ ਬਾਬਾ ਜੀ ਜੀਵਨ ਦੇ ਘਰੋਂ ਰਾਵੀ ਦਰਿਆ ਦੇ ਕਿਨਾਰੇ ਇਸ਼ਨਾਨ ਕਰਕੇ ਬੈਠ ਜਾਂਦੇ। ਦਿਵਸ ਰਹੀ ਜਬ ਘਟਕਾ ਜਾਰੀ। ਕਵੀ ਜੀ ਕਹਿੰਦੇ ਜਦੋਂ ਕੁਝ ਸਮਾਂ ਦਿਨ ਦਾ ਚੜ੍ਹਾ ਰਹਿ ਜਾਂਦਾ ਹੈ ਤ੍ਰਿਣ ਲੈ ਪਹੁੰਚੇ ਹੈ ਪੌੜ ਅਗਾਰੀ। ਤੇ ਬਾਬਾ ਜੀ ਘਾਹ ਲੈ ਕੇ ਤੇ ਪਹੁੰਚ ਵੀ ਜਾਂਦੇ। ਭਾਵ ਕਿ ਦਿਨ ਦਾ ਚੜ੍ਹਾ ਹੁੰਦਾ ਤੇ ਬਾਬਾ ਜੀ ਘਾਹ ਦੀ ਪੰਡ ਲੈ ਕੇ ਤੇ ਪਹਿਲੇ ਜਾ ਕੇ ਕਿਲੇ ਦੇ ਮੂਹਰੇ ਬੈਠ ਜਾਂਦੇ। ਭਾਵ ਕਿ 2, 2:30 ਵਜੇ 3 ਵਜੇ ਬਾਬਾ ਜੀ ਜਾਂਦੇ ਹੋਣਗੇ ਇਸ਼ਨਾਨ ਪਾਨ ਕਰਕੇ ਪਾਣੀ ਪੜ ਕੇ ਅੰਦਰ ਧਿਆਨ ਹੋ ਕੇ ਫਿਰ ਘਾਹ ਖੋਦ ਕੇ ਪੰਡ ਵੱਢ ਕੇ ਤੇ ਕਿਲੇ ਦੇ ਅੱਗੇ ਆ ਜਾਂਦੇ।
ਕਹਿੰਦੇ ਦਿਨ ਚੜ੍ਹਦੇ ਦੇ ਨਾਲ ਸੁੰਦਰ ਘਾਹ ਦੀ ਪੰਡ ਲੈ ਕੇ ਬਾਬਾ ਜੀ ਆ ਜਾਂਦੇ। ਵੇਖ ਉਦਮ ਕੋ ਲੇਤ ਦਰੋਗਾ, ਕਹਿੰਦੇ ਦਰੋਗਾ ਜਦੋਂ ਦੇਖਦਾ ਹੈ ਨਾ ਕਿ ਇਹ ਮਨੁੱਖ ਬੜਾ ਉਦਮੀ ਹੈ ਤੇ ਘਾਹ ਵੀ ਬੜਾ ਸੁੰਦਰ ਲੈ ਕੇ ਆਉਂਦਾ ਹੈ, ਕਰੇ ਸਰਾਹਨ ਸਗਰੇ ਲੋਗਾ, ਸਾਰਿਆਂ ਦੇ ਵਿੱਚ ਬਾਬਾ ਜੀ ਦੀ ਦਰੋਗਾ ਸਲੋਭਾ ਕਰਦਾ। ਜਬ ਹੈ ਦਿਵਸ ਖਟ ਸ਼ਬਦ ਬਿਦਾਈ, ਕਹਿੰਦੇ ਜਿਸ ਵੇਲੇ ਇਵੇਂ ਹੀ ਕੁਝ ਦਿਨ ਬਾਬਾ ਜੀ ਨੇ ਬਿਤਾਉਣਾ ਕੀਤੇ, ਹੈ ਬੋਲੇ ਹੈ ਇੱਕ ਘਾਸ ਲੈ ਜਾਈ, ਕਹਿੰਦੇ ਘੋੜਿਆਂ ਦੇ ਵਾਸਤੇ ਬਾਬਾ ਜੀ ਸੁੰਦਰ ਘਾਹ ਹਰ ਰੋਜ਼ ਹੀ ਲੈ ਕੇ ਜਾਂਦੇ ਦੇਤ ਦਿਲਾਸੋ ਨਿਤ ਕਰ ਫੇਰੇ, ਤੇ ਘੋੜਿਆਂ ਨੂੰ ਦਿਲਾਸਾ ਦਿੰਦੇ, ਘੋੜਿਆਂ ਦੇ ਉੱਪਰ ਹੱਥ ਫੇਰਦੇ ਐ ਤੇ ਨਾਲੇ ਬਾਬਾ ਜੀ ਦਿਲਾਸਾ ਦੇ ਕੇ ਕਹਿੰਦੇ ਭਾਈ ਤੁਹਾਡੇ ਤੇ ਗੁਰੂ ਜੀ ਹੀ ਸਵਾਰ ਹੋਣਗੇ, ਤੁਹਾਨੂੰ ਮੈਂ ਬੜੀ ਛੇਤੀ ਲੈ ਜਾਵਾਂ। ਕਹਿੰਦੇ ਇਵੇਂ ਬਾਬਾ ਜੀ ਘੋੜਿਆਂ ਨੂੰ ਦਿਲਾਸਾ ਵੀ ਦਿੰਦੇ ਹਨ। ਸੋ ਦੇਖਾ ਹਰਖਤ ਹੈ ਤਹਿਰੇ, ਸੋ ਦੇਖਾਂ ਬੜਾ ਖੁਸ਼ ਹੋ ਕੇ ਬਾਬਾ ਜੀ ਨੂੰ ਪੁੱਛਣ ਲੱਗਾ, ਬੁਝਦ ਨਾਮ ਬਤਾਵੋ ਮੋਹੀ, ਕਿ ਭਾਈ ਤੇਰਾ ਨਾਮ ਕੀ ਹੈ, ਨਾਮ ਆਪਣਾ ਦੱਸਣਾ ਕਰ। ਰਹੇਗੇ ਨਹੀਂ ਜੇ ਰੱਖੇ ਤੋਹੀ, ਕੀ ਅਸੀਂ ਜੇ ਤੈਨੂੰ ਪੱਕਾ ਨੌਕਰ ਰੱਖ ਲਈਏ ਰਹੇਗਾ ਕਿ ਨਹੀਂ ਰਹਿਣਾ ਕਰੇਗਾ। ਵਿਧੀ ਜੰਦ ਤਬ ਸੁਨਤ ਬਖਾਨਾ, ਬਾਬਾ ਵਿਧੀ ਜਾਂਦੀ ਸੁਣ ਕੇ ਤੇ ਇਉਂ ਕਹਿਣਾ ਕੀਤਾ, ਨਾਮ ਕਸੇਰਾ ਕਹੇ ਸੋ ਜਾਨਾ, ਬਾਬਾ ਜੀ ਕਹਿੰਦੇ ਦਰੋਗਾ ਜੀ ਜਿਹੜੇ ਮਨੁੱਖ ਹੈ ਨਾ ਉਹ ਮੈਨੂੰ ਕਸੇਰਾ ਕਹਿੰਦੇ ਤੇ ਮੇਰਾ ਨਾਮ ਵੀ ਕਸੇਰਾ ਹੀ ਹੈ, ਕਿਉਂਕਿ ਮੈਂ ਘਾਹ ਲੈ ਕੇ ਆਉਣਾ ਹੈ ਤੇ ਮੈਨੂੰ ਕਸੇਰੇ ਦੇ ਨਾਮ ਦੇ ਨਾਲ ਯਾਦ ਕਰਦੀ ਹੈ। ਪੁਰ ਮਹਿ ਜਬ ਕੋ ਆਨ ਪ੍ਰਵੇਸ਼ਾ, ਜਦੋਂ ਦਾ ਮੈਂ ਇਹ ਤੁਹਾਡੇ ਨਗਰ ਦੇ ਵਿੱਚ ਆਇਆ ਹਾਂ, ਤ੍ਰਿਣੀ ਆਨੰਦ ਰਿਦ ਹਰਤ ਵਿਸ਼ੇਸ਼ਾ, ਬਹੁਤ ਹੀ ਹਰਾ ਸੁੰਦਰ ਘਾਹ ਵੱਢ ਕੇ ਮੈਂ ਤੁਹਾਡੇ ਪਾਸ ਲੈ ਕੇ ਆਉਂਦਾ ਹਾਂ। ਸਾਚੇ ਬਾਦਸ਼ਾਹ ਹੋ ਹੈ ਜੋਗ, ਕਿਉਂਕਿ ਜਿਹੜਾ ਸੱਚਾ ਬਾਦਸ਼ਾਹ ਹੈ ਨਾ ਦੀਨ ਦੁਨੀਆ ਦਾ ਮਾਲਕ, ਇਹ ਘੋੜੇ ਉਹਨਾਂ ਦੀ ਸਵਾਰੀ ਦੇ ਯੋਗ ਹਨ। ਮੇਰੇ ਮਹਿ ਅਬਰ ਹੀਰ ਕਰ ਲੋਗ, ਹੋਰ ਜਿਹੜੇ ਲੋਕ ਹੈ ਨਾ ਉਹ ਦਰੋਗਾ ਜੀ ਮੇਰੇ ਘਾਹ ਨੂੰ ਜਦੋਂ ਦੇਖਦੇ ਹੈ ਨਾ ਉਹਨਾਂ ਦਾ ਮਨ ਤੇ ਲਲਚਾਉਂਦਾ ਹੈ ਕਿ ਘਾਹ ਲੈ ਲੈਣਾ ਕਰੀਏ, ਪਰ ਕਿਵੇਂ ਲੈ ਲੈਣਗੇ, ਇਹ ਘਾਹ ਤੇ ਮੇਰੇ ਸੱਚੇ ਪਾਤਸ਼ਾਹ ਦੇ ਘੋੜਿਆਂ ਦੇ ਵਾਸਤੇ ਤੇ ਉਹਨਾਂ ਦੇ ਖਾਣ ਦੇ ਯੋਗ ਹੈ, ਇਸ ਕਰਕੇ ਉਹ ਘਾਹ ਖਰੀਦ ਨਹੀਂ ਸਕਦੇ। ਸੁਣ ਹੈ ਮੋਲ ਤਬ ਕੋਈ ਨਾ ਲੇਤ, ਜਦੋਂ ਵੀ ਕੋਈ ਮੁੱਲ ਸੁਣਦਾ ਹੈ ਤੇ ਉਦੋਂ ਘਾਹ ਇਹ ਖਰੀਦਦੇ ਨਹੀਂ। ਨਿਤ ਪ੍ਰਤ ਆਏ ਤੁਮ ਹੈ ਕੋ ਦੇਤ, ਇਸ ਕਰਕੇ ਦਰੋਗਾ ਜੀ ਮੈਂ ਨਿਤਾ ਪ੍ਰਤੀ ਘਾਹ ਤੁਹਾਨੂੰ ਹੀ ਦਿੰਦਾ ਹਾਂ। ਯਾ ਤੇ ਜਾਗਰ ਰਖੋ ਬਣਾਈ, ਇਸ ਕਰਕੇ ਤੁਹਾਨੂੰ ਨਹੀਂ ਹੁਣ ਚਾਹੀਦਾ ਕਿ ਮੈਨੂੰ ਪੱਕਾ ਨੌਕਰ ਆਪਣਾ ਰੱਖ ਲੈਣਾ ਕਰੋ। ਨਿਤ ਪ੍ਰਤ ਹੇਰੋ ਸੇਵ ਸਬਾਈ, ਮੈਂ ਨਿਤਾ ਪ੍ਰਤੀ ਘੋੜਿਆਂ ਦੀ ਸੇਵਾ ਵੀ ਕਰਨਾ ਕਰਾਂਗਾ। ਦਰਬ ਲੋਭ ਦੀ ਮੈਂ ਨਹਿ ਕਰੂੰ, ਮੈਂ ਧਨ ਦਾ ਲੋਭੀ ਲਾਲਚੀ ਨਹੀਂ ਹੈ, ਮੈਨੂੰ ਤੇ ਸੱਚੇ ਪਾਤਸ਼ਾਹ ਦੇ ਘੋੜਿਆਂ ਦੀ ਸੇਵਾ ਮਿਲ ਜਾਵੇ ਇਹੀ ਵੱਡੇ ਭਾਗ। ਮੈਨੂੰ ਇਹ ਘੋੜਿਆਂ ਦੀ ਸੇਵਾ ਭਾਵ ਕਿ ਬਾਬਾ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੱਚਾ ਪਾਤਸ਼ਾਹ ਕਹਿੰਦੇ। ਦਰੋਗੇ ਦੇ ਮਨ ਦੇ ਵਿੱਚ ਹੈ ਕਿ ਕਿਤੇ ਭੋਲਾ ਭਾਲਾ ਹੈ ਸਾਡੇ ਬਾਦਸ਼ਾਹ ਨੂੰ ਕਹੀ ਜਾਂਦਾ ਸੱਚਾ ਪਾਤਸ਼ਾਹ, ਉਹਦੇ ਮਨ ਦੇ ਵਿੱਚ ਇਹ ਵਿਚਾਰ ਚੱਲਦੀ ਹੈ, ਕਹਿੰਦਾ ਦਰੋਗਾ ਜੀ ਮੈਂ ਲਾਲਚੀ ਨਹੀਂ ਹਾਂ, ਮੈਂ ਤੇ ਸੱਚੇ ਪਾਤਸ਼ਾਹ ਦੇ ਘੋੜਿਆਂ ਦੀ ਸੇਵਾ ਕਰਨੀ ਹੈ। ਅਪਰ ਨ ਲਾਲਚ ਮਨ ਮਹਿ ਧਰਮ, ਹੋਰ ਕੋਈ ਵੀ ਮੇਰੇ ਮਨ ਦੇ ਵਿੱਚ ਲਾਲਚ ਨਹੀਂ। ਲੱਖ ਸਾਚੇ ਪਾਤਸ਼ਾਹੋ ਰੰਗ, ਸੱਚੇ ਪਾਤਸ਼ਾਹ ਦੇ ਘੋੜੇ ਮੈਂ ਬੜੇ ਪ੍ਰੇਮ ਦੇ ਨਾਲ ਸਾਹਮਣਾ ਕਰਾਂਗਾ, ਸੇਵਾ ਕਰੋ ਪ੍ਰੇਮ ਕੇ ਸੰਗ, ਬੜੇ ਪ੍ਰੇਮ ਦੇ ਨਾਲ ਮੈਂ ਘੋੜਿਆਂ ਦੀ ਸੇਵਾ ਕਰਾਂਗਾ। ਕਬਹੁ ਹਾਸਲ ਹੋਏ ਮੁਰਾਦ, ਕਿਉਂਕਿ ਮੇਰੀ ਮੁਰਾਦ ਤਾਂ ਹੀ ਪੂਰੀ ਹੋਣੀ ਹੈ ਕਿ ਮੈਂ ਘੋੜਿਆਂ ਦੀ ਸੇਵਾ ਕਰਾਂਗਾ, ਕਿਉਂਕਿ ਮੇਰੀ ਜਿਹੜੀ ਮੁਰਾਦ ਹੈ ਉਹ ਤਾਂ ਹੀ ਪੂਰੀ ਹੋਵੇਗੀ ਜੇ ਮੈਂ ਰਾਤ ਦਿਨ ਘੋੜਿਆਂ ਦੀ ਸੇਵਾ ਕਰਾਂਗਾ। ਬਾਬਾ ਜੀ ਕਹਿੰਦੇ ਦਰੋਗਾ ਜੀ ਮੇਰੇ ਮਨ ਦੀ ਜਿਹੜੀ ਆਸ ਹੈ ਨਾ ਉਹ ਇਹਨਾਂ ਘੋੜਿਆਂ ਦੀ ਸੇਵਾ ਕਰਨ ਦੇ ਨਾਲ ਹੀ ਪੂਰੀ ਹੋਵੇਗੀ। ਅਹਲ ਹਯਨ ਕੀ ਜਾਏ ਨ ਬਾਦ, ਜਿਹੜੀ ਘੋੜਿਆਂ ਦੀ ਸੇਵਾ ਹੈ ਨਾ ਉਹ ਬਿਰਥੀ ਨਹੀਂ ਜਾਂਦੀ,
क्योंकि जेडे घोड़े है ना गुरु साहिब जी के हजूर रहन वाले जथेबंदियां दे विच जिन्हां ने सेवा की है उन्होंने पता है। बाबा कड़ाका सिंह जी घोड़े की सेवा करते रहे ते अज तक वो कहते कि मैनू उस घोड़े ने तार देना किया। बाणी पढ़ते कि सियाणप दे नाल ते किन्ना संगतां सत्कार करदियां भाव के जिन्होंने कुछ प्राप्त होया होवे ना कि मैं आ सेवा की है मैं इस काम के योग नहीं सी ये मैनू सेवा का फल मिले। ते बाबा कड़ाका सिंह जी भी वो घोड़े का नाम पिंडा कहते सी। पिंडा घोड़ा मेरे कोल हुंदा सी ते बड़े प्यार के नाल मैं सेवा करया करता सी मालश करया करता सी। ते उन्हें कहना कि मैनू उस घोड़े ने ही तार दिता ते देखो तार ही दिता है। उन्होंने चंगी कीर्तन करते हैं विदेशों के चढ़ती कला के नाल आप भी गुरु घर के बड़ा सुखी जीवन बतीत कर रहे चढ़ती कला के नाल। भाव जिन्हों ने कीती सेवा उन्होंने पता है सेवा की होंगी है। घोड़िया की सेवा गुरु जी की कोई भी डंगर है उसकी सेवा कर लीए तो फल जरूर मिलेगा। महापुरख बाबा सोहन सिंह जी का वचन बाबा जी दसिया करते बाबा जी कहते कि देखो भाई सेवा जिहड़ी है ना उन्होंने फल जरूर लगता है। रात को आप मझ होवे जां गां होवे उन्होंने आप वंड पा दईए ना तो सुबह ही वो पता लग जाता है दुध वध जाता है कि वंड रात पाया सेवा की सतगुरु जी की सेवा की क्यों ना खाए पवेगी। ये महापुरख बाबा सोहन सिंह जी क्या करते सी। बाबा जी कहते दरोगा जी मैं इन्हां घोड़ियां की सेवा करांगा तां ही मेरी आस जेड़ी वो पूरी होवेगी। सुनित दरोगा हरकत होवा दरोगा ये गल्लां सुन के बड़ा प्रसन्न होया। सेवा है अनकी लायक जोवा भाई तू घोड़ियां की सेवा के लायक है ताही ते तेनू असी नौकर रखना चाहते हां। रोज रजत पण तब कर राखा असी तेनू रोज ही एक चांदी दा रुपया दिया करांगे। कर ताकीद फेर बज पाखा कहते ताकीद कर लई दरोगे ने पक्की कि भाई तेनू रोज दा चांदी दा रुपया मिलेगा तू घोड़ियां की सेवा पक्की करना कर। रज बेडहल अयन के जोग कि तू जोग है जिवें घोड़ियां दे वास्ते सुंदर घाह लियाउणा है ते घोड़ियां दी मालश भी इवें प्यार दे नाल करेगा। ये ते मैनूं चंगी तरह पता है। तुझे राखे लख आशो लोग असी तेनूं चंगा मनुख जान के भला मनुख जान के इत्थे सेवा ते रखिया है। हरी जाकरी अपनी ले हो जेड़ी तेरी चाकरी है ना तनख्वाह वो तेनू असी नाल दे नाल ही देना करांगे। सेवक रंगन की शुभ देहो तू जेड़ी घोड़ियां दी सेवा है ना वो प्यार दे नाल करना कर। कहे विधिया कह बे मैं कहा कहंदे बाबा विधि चंदी कहन लगे जी मैनू कहण दी लोड़ नहीं तानू वेखण दी लोड़ है। क्योंकि जेड़ा हथी कुछ करन वाला है ना वो गल्लां दे नाल नहीं वो करके दिखाउंदा है। वो कह दिंदा भाई मैं गल्लां नहीं जाण